बहुत स्वागत है जी सारिਆਂ ਦਾ। मैं हाँ सुरिंदर डल्ला। ਤੁਸੀਂ ਵੇਖ ਰਹੇ ਹੋ पंजाब इस ਵੇਲੇ। पंजाब ਦਾ देश ਦੇ ਤਾਜ਼ੇ ਅਪਡੇਟ ਅਤੇ ਪੰਜਾਬ ਦੀ ਸਿਆਸਤ ਦੇ ਬਿਲਕੁਲ ਤਾਜ਼ੇ ਅਪਡੇਟ ਲੈ ਕੇ ਮੈਂ ਹਾਜ਼ਰ ਹਾਂ। ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ 162 ਤੋਂ ਜ਼ਿਆਦਾ ਪੋਜ਼ਿਟਿਵ ਕੇਸ ਐਲਾਨੇ ਗਏ ਨੇ। ਸਭ ਤੋਂ ਜ਼ਿਆਦਾ ਕੇਸ ਐਲਾਨੇ ਗਏ ਨੇ ਪੰਜਾਬ ਦੇ ਦੋ ਵੱਡੇ ਸ਼ਹਿਰ ਜਲੰਧਰ ਅਤੇ ਲੁਧਿਆਣਾ ਵਿੱਚ। ਸੰਗਰੂਰ ਦੇ ਵਿੱਚ ਵੀ ਅਤੇ ਪਟਿਆਲਾ ਦੇ ਵਿੱਚ ਵੀ ਨਵੇਂ ਕੇਸ ਆਏ ਨੇ। ਸੋ ਪੰਜਾਬ 'ਚ ਕੁੱਲ ਕੇਸਾਂ ਦਾ ਅੰਕੜਾ ਜਿਹੜਾ ਹੈ ਉਹ ਵੱਧ ਕੇ ਹੋ ਗਿਆ 4397 ਔਰ ਹੁਣ ਤੱਕ 2,55,380 ਲੋਕਾਂ ਦੇ ਸੈਂਪਲ ਪੰਜਾਬ 'ਚ ਕੀਤੇ ਗਏ ਨੇ ਔਰ 3047 ਮਰੀਜ਼ ਪੰਜਾਬ 'ਚ ਠੀਕ ਵੀ ਹੋਏ ਨੇ ਔਰ 1245 ਮਰੀਜ਼ ਇਸ ਵਕਤ ਇਲਾਜ ਅਧੀਨ ਨੇ, ਐਕਟਿਵ ਨੇ। ਵੱਖ-ਵੱਖ ਆਈਸੋਲੇਸ਼ਨ ਸੈਂਟਰਸ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ, ਉਹਨਾਂ ਨੂੰ ਅਲੱਗਾ ਰੱਖਿਆ ਗਿਆ। 19 ਮਰੀਜ਼ ਨੇ ਪੰਜਾਬ 'ਚ ਜਿਨ੍ਹਾਂ ਨੂੰ ਆਕਸੀਜਨ ਲਗਾਈ ਗਈ ਹੈ ਔਰ 9 ਮਰੀਜ਼ ਹੈ ਜਿਹੜੇ ਵੈਂਟੀਲੇਟਰ ਦੀ ਸਪੋਰਟ ਦੇ ਉੱਪਰ ਹੈ। 105 ਮਰੀਜ਼ ਪੰਜਾਬ ਦੇ ਵਿੱਚ ਹੁਣ ਤੱਕ ਸਵਰਗਵਾਸ ਹੋਏ ਐਲਾਨੇ ਜਾ ਚੁੱਕੇ ਨੇ ਔਰ ਪਿਛਲੇ 24 ਘੰਟਿਆਂ ਦੇ ਵਿੱਚ 162 ਤੋਂ ਜ਼ਿਆਦਾ ਪੋਜ਼ਿਟਿਵ ਕੇਸ ਆਏ ਨੇ। ਇਹਨਾਂ ਦੇ ਵਿੱਚੋਂ ਜਲੰਧਰ 'ਚ 38, ਇਹਨਾਂ ਦੇ ਵਿੱਚੋਂ ਇੱਕ ਦਾ ਸੰਬੰਧ ਫੋਰਨ ਰਿਟਰਨ ਦੇ ਤੌਰ ਤੇ ਹੈ ਔਰ 37 ਕੇਸ ਲੋਕਲ ਹੈ ਜਲੰਧਰ ਦੇ ਔਰ ਇਹਨਾਂ ਦੇ ਵਿੱਚੋਂ ਕਈ ਪੋਜ਼ਿਟਿਵ ਸੰਪਰਕਾਂ 'ਚੋਂ ਨੇ ਤੇ ਕਈ ਨਵੇਂ ਕੇਸ ਨੇ। ਅੰਮ੍ਰਿਤਸਰ 'ਚ 7 ਨੇ, ਇਹਨਾਂ ਦੇ ਵਿੱਚੋਂ 4 ਨਵੇਂ ਕੇਸ ਨੇ। ਇੱਕ ਪੁਲਿਸ ਅਫੀਸ਼ੀਅਲ ਅੰਮ੍ਰਿਤਸਰ ਦੇ ਵਿੱਚ ਪੋਜ਼ਿਟਿਵ ਹੋਇਆ ਹੈ ਔਰ 2 ਆਮ ਲੋਕ ਹੋਰ ਪੋਜ਼ਿਟਿਵ ਸੰਪਰਕਾਂ 'ਚੋਂ ਪੋਜ਼ਿਟਿਵ ਹੋਏ ਨੇ। ਪੰਜਾਬ 'ਚ ਪੁਲਿਸ ਔਰ ਸਾਡੇ ਹੋਮਗਾਰਡ ਦੇ ਜਵਾਨ ਔਰ BSF ਦੇ ਜਵਾਨ ਸਾਰੇ ਕਿਉਂਕਿ ਫਰੰਟ ਲਾਈਨ ਦੇ ਯੋਧੇ ਨੇ, ਸੋ ਇਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਖਤਰਾ ਲਗਾਤਾਰ ਬਰਕਰਾਰ ਹੈ। BSF ਦੇ ਮੁਲਾਜ਼ਮ ਵੀ ਕਈ ਪੋਜ਼ਿਟਿਵ ਨੇ ਹੁਣ ਤੱਕ ਆ ਚੁੱਕੇ ਨੇ ਔਰ ਪੁਲਿਸ ਦੇ ਮੁਲਾਜ਼ਮ ਵੀ ਸਾਡੇ ਕਈ ਪੋਜ਼ਿਟਿਵ ਆ ਚੁੱਕੇ ਨੇ। ਸੋ ਪੰਜਾਬ ਪੁਲਿਸ, ਪੰਜਾਬ ਹੋਮਗਾਰਡ ਔਰ BSF ਇਹਨਾਂ ਨੂੰ ਹੋਰ ਚੁਕੰਨੇ ਹੋਣ ਦੀ ਇਸ ਵਕਤ ਜ਼ਰੂਰਤ ਹੈ। ਅੱਜ ਮੈਂ ਕਈ ਜਗ੍ਹਾ ਨਵੇਂ ਕੇਸ ਆਏ। ਸੰਗਰੂਰ 'ਚ 18 ਕੇਸ ਆਏ ਪਿਛਲੇ 24 ਘੰਟਿਆਂ 'ਚੋਂ, 4 ਕੇਸ ਪੁਲਿਸ ਮੁਲਾਜ਼ਮਾਂ ਦੇ ਨੇ। ਸੰਗਰੂਰ ਦੇ ਵਿੱਚ ਵੀ 9 ਪੋਜ਼ਿਟਿਵ ਸੰਪਰਕਾਂ ਦੇ ਵਿੱਚੋਂ ਆਮ ਲੋਕ ਵੀ ਆਏ ਨੇ। ਲੁਧਿਆਣਾ 'ਚ 34 ਕੇਸ ਆਏ ਨੇ। ਇਹਨਾਂ ਦੇ ਵਿੱਚੋਂ 2 ਦਾ ਸੰਬੰਧ ਪੰਜਾਬ ਤੋਂ ਬਾਹਰ ਯਾਤਰਾ ਦੇ ਨਾਲ ਹੈ ਪਰ ਬਾਕੀ ਜਿਹੜੇ ਨੇ ਇਹਨਾਂ ਦੇ ਵਿੱਚੋਂ 18 ਕੇਸ ਪੋਜ਼ਿਟਿਵ ਸੰਪਰਕਾਂ 'ਚੋਂ ਹੈ। ਇੱਕ ਪੁਲਿਸ ਦਾ ਮੁਲਾਜ਼ਮ ਵੀ ਹੈ, ਪੁਲਿਸ ਪਰਸੋਨਲ ਵੀ ਹੈ, ਸਿਹਤ ਕਰਮਚਾਰੀ ਵੀ ਹੈ, ਹੈਲਥ ਵਰਕਰ ਵੀ ਹੈ। ਸੋ ਇੱਕ TB ਦਾ ਪੇਸ਼ੈਂਟ ਹੈ, ਉਹ ਵੀ ਪੋਜ਼ਿਟਿਵ ਹੋ ਗਿਆ। ਸੋ 34 ਦੇ ਵਿੱਚੋਂ 32 ਕੇਸ ਲੁਧਿਆਣਾ 'ਚ ਵੀ ਲੋਕਲ ਨੇ ਜਿਹੜੇ ਉਹ ਐਲਾਨੇ ਗਏ ਨੇ। ਪਟਿਆਲਾ 'ਚ 12 ਕੇਸ ਨੇ, 12 ਦੇ 12 ਲੋਕਲ ਨੇ। 9 ਨਵੇਂ ਕੇਸ ਨੇ, 3 ਪੋਜ਼ਿਟਿਵ ਸੰਪਰਕਾਂ 'ਚੋਂ ਨੇ। ਹੁਸ਼ਿਆਰਪੁਰ ਇੱਕ ਹੈ, ਮਰਚੈਂਟ ਨੇਵੀ ਨਾਲ ਸੰਬੰਧਿਤ ਹੈ, ਇੱਥੇ ਇੱਕ ਨਵਾਂ ਕੇਸ ਹੈ ਜਿਹੜਾ। ਫਰੀਦਕੋਟ ਇੱਕ ਹੈ, ਨਵਾਂ ਕੇਸ ਹੈ। ਰੋਪੜ 'ਚ 2 ਨੇ, ਦੋਨਾਂ ਦੀ ਟਰੈਵਲ ਹਿਸਟਰੀ ਪੰਜਾਬ ਤੋਂ ਬਾਹਰ ਦੀ ਹੈ। ਫਤਿਹਗੜ੍ਹ ਸਾਹਿਬ 'ਚ 10 ਕੇਸ ਆਏ ਨੇ, 9 ਕੇਸ ਪੋਜ਼ਿਟਿਵ ਸੰਪਰਕਾਂ 'ਚੋਂ ਇੱਕ ਨਵਾਂ ਹੈ। ਫਿਰੋਜ਼ਪੁਰ 4 ਨੇ, ਇੱਕ ਫੋਰਨ ਰਿਟਰਨ ਹੈ ਔਰ 3 ਨਵੇਂ ਨੇ। ਮੋਗਾ 'ਚ 9 ਨੇ, 2 ਦੀ ਟਰੈਵਲ ਹਿਸਟਰੀ ਮੁਜ਼ੱਫਰਨਗਰ ਦੀ ਹੈ, ਇੱਕ ਫੋਰਨ ਰਿਟਰਨਡ ਹੈ, 4 ਪੋਜ਼ਿਟਿਵ ਸੰਪਰਕਾਂ 'ਚੋਂ ਹੈ, ਇੱਕ ਪੁਲਿਸ ਦਾ ਮੁਲਾਜ਼ਮ ਵੀ ਹੈ ਔਰ ਇੱਕ ਮਰੀਜ਼ ਹੈ ਹੈਪੇਟਾਈਟਸ C ਦਾ, ਉਹ ਵੀ ਪੋਜ਼ਿਟਿਵ ਹੋਇਆ ਹੈ। ਬਰਨਾਲਾ 'ਚ 3 ਨੇ, ਇੱਕ ਦੀ ਟਰੈਵਲ ਹਿਸਟਰੀ ਦਿੱਲੀ ਦੀ ਹੈ, 2 ਲੋਕਲ ਨੇ। ਗੁਰਦਾਸਪੁਰ 'ਚ 4 ਨੇ, 3 ਫੋਰਨ ਰਿਟਰਨਡ ਨੇ, ਇੱਕ ਲੋਕਲ ਹੈ। ਕਪੂਰਥਲਾ 'ਚ 4 ਨੇ, ਇੱਕ ਦੀ ਟਰੈਵਲ ਹਿਸਟਰੀ ਬੰਗਲਾਦੇਸ਼ ਦੀ ਹੈ, 3 ਪੋਜ਼ਿਟਿਵ ਸੰਪਰਕਾਂ 'ਚੋਂ ਨੇ। ਬਠਿੰਡਾ 'ਚ 11 ਨੇ, ਇੱਕ ਜੇਲ੍ਹ ਦਾ ਕੈਦੀ ਵੀ ਇੱਥੇ ਪੋਜ਼ਿਟਿਵ ਆਇਆ, ਇੱਕ ਆਂਗਣਵਾੜੀ ਵਰਕਰ ਵੀ ਪੋਜ਼ਿਟਿਵ ਹੈ। ਸੋ 11 ਦੇ 11 ਬਠਿੰਡੇ 'ਚ ਲੋਕਲ ਨੇ। ਤਰਨਤਾਰਨ 'ਚ 1 ਹੈ, ਲੋਕਲ ਹੈ। ਮਾਨਸਾ 'ਚ 3 ਨੇ, 2 ਨਵੇਂ ਕੇਸ ਨੇ, ਇੱਕ ਦੀ ਟਰੈਵਲ ਹਿਸਟਰੀ ਦਿੱਲੀ ਦੀ ਹੈ। ਔਰ ਪੰਜਾਬ 'ਚ ਜਿਹੜੇ ਪਿਛਲੇ 24 ਘੰਟਿਆਂ 'ਚ 162 ਨਵੇਂ ਪੋਜ਼ਿਟਿਵ ਕੇਸ ਆਏ ਨੇ, ਇਹਨਾਂ ਦੇ ਵਿੱਚੋਂ 20 ਜਿਹੜੇ ਮਰੀਜ਼ ਨੇ ਉਹਨਾਂ ਨੂੰ ਜਿਹੜੀ ਲਾਗ ਲੱਗੀ ਹੈ ਉਹ ਪੰਜਾਬ ਤੋਂ ਬਾਹਰ ਦੀ ਸੰਭਾਵਨਾ ਹੈ ਕਿਉਂਕਿ ਉਹਨਾਂ ਦੀ ਟਰੈਵਲ ਹਿਸਟਰੀ ਹੈ। ਪਰ 142 ਮਰੀਜ਼ ਲੋਕਲ ਹੈ ਪੰਜਾਬ ਦੇ ਔਰ 122 ਮਰੀਜ਼ ਨੇ, 222 ਮਰੀਜ਼ ਨੇ ਉਹਨਾਂ ਨੂੰ ਹਸਪਤਾਲਾਂ 'ਚ ਛੁੱਟੀ ਮਿਲੀ ਹੈ। ਸਭ ਤੋਂ ਜ਼ਿਆਦਾ 151 ਮਰੀਜ਼ਾਂ ਨੂੰ ਲੁਧਿਆਣੇ 'ਚ ਛੁੱਟੀ ਮਿਲੀ ਹੈ, ਮੋਹਾਲੀ 'ਚ 22 ਨੂੰ, ਤਰਨਤਾਰਨ 'ਚ 2, ਗੁਰਦਾਸਪੁਰ 3, ਪਠਾਨਕੋਟ 2, ਹੁਸ਼ਿਆਰਪੁਰ 3, ਮੋਗਾ 1, ਬਠਿੰਡਾ 8, ਪਟਿਆਲਾ 3, ਜਲੰਧਰ 13, ਫਰੀਦਕੋਟ 14 ਇਹ ਮਰੀਜ਼ ਨੇ ਜਿਨ੍ਹਾਂ ਨੂੰ ਛੁੱਟੀ ਮਿਲੀ ਹੈ। ਪਰ 4 ਮਰੀਜ਼ ਜਿਹੜੇ ਨੇ ਸਵਰਗਵਾਸ ਵੀ ਹੋਏ ਨੇ, 2 ਲੁਧਿਆਣਾ 'ਚੋਂ, ਇੱਕ ਅੰਮ੍ਰਿਤਸਰ, ਇੱਕ ਪਟਿਆਲਾ। ਸੋ ਕੁੱਲ ਅੰਕੜਾ ਸਵਰਗਵਾਸ ਹੋਣ ਵਾਲਿਆਂ ਦਾ ਹੋ ਗਿਆ 105। ਔਰ ਪੰਜਾਬ ਦੇ 3 ਵੱਡੇ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਇਹਨਾਂ ਦੇ ਵਿੱਚੋਂ 2000 ਤੋਂ ਜ਼ਿਆਦਾ ਕੇਸ ਨੇ ਜਿਹੜੇ ਇਹਨਾਂ 3 ਸ਼ਹਿਰਾਂ ਤੋਂ ਅੱਜ ਤੱਕ ਆਏ ਨੇ।
ਅੱਜ ਤੱਕ ਕੁੱਲ 2000 ਤੋਂ ਜ਼ਿਆਦਾ। ਅੰਮ੍ਰਿਤਸਰ, ਲੁਧਿਆਣਾ, ਜਲੰਧਰ। ਅੰਮ੍ਰਿਤਸਰ 'ਚ 792, ਲੁਧਿਆਣਾ 'ਚ 615, ਜਲੰਧਰ 'ਚ 602। ਪੂਰੇ ਪੰਜਾਬ 'ਚ ਕੇਸ ਨੇ 4397। ਸੋ ਲਗਭਗ ਅੱਧੇ ਦੇ ਨੇੜੇ ਪਹੁੰਚ ਗਏ ਨੇ 3 ਸ਼ਹਿਰ ਸਾਡੇ। ਔਰ ਇੱਥੇ ਐਕਟਿਵ ਕੇਸ ਵੀ ਜ਼ਿਆਦਾ ਹੈ। 237 ਅੰਮ੍ਰਿਤਸਰ ਹੈ, 205 ਲੁਧਿਆਣੇ ਹੈ, 273 ਜਲੰਧਰ ਹੈ। ਸੋ 200 ਤੇ 200, 400 ਤੇ 200, 600, 700 ਤੋਂ ਜ਼ਿਆਦਾ ਕੇਸ ਨੇ ਜਿਹੜੇ ਹੁਣ ਇਹਨਾਂ ਤਿੰਨਾਂ ਸ਼ਹਿਰਾਂ 'ਚ ਨੇ। ਔਰ ਪੰਜਾਬ 'ਚ ਕੁੱਲ ਐਕਟਿਵ ਕੇਸ ਨੇ 1245, ਪਰ 700 ਤੋਂ ਜ਼ਿਆਦਾ ਇਹਨਾਂ ਤਿੰਨਾਂ ਸ਼ਹਿਰਾਂ 'ਚ, ਅੰਮ੍ਰਿਤਸਰ, ਜਲੰਧਰ, ਲੁਧਿਆਣਾ। ਇਹ ਦੱਸਣ ਦਾ ਮਤਲਬ ਇਹ ਹੈ ਕਿ ਇਹਨਾਂ ਤਿੰਨਾਂ ਸ਼ਹਿਰਾਂ ਦੇ ਵਿੱਚ ਹਰ ਹਾਲਤ 'ਚ ਸਾਨੂੰ ਹੋਰ ਚੌਕਸੀ, ਹੋਰ ਸੁਰੱਖਿਆ, ਹੋਰ ਲੋਕਡਾਊਨ ਦੇ ਜਿਹੜੇ ਅਮਲ ਨੇ, ਨਿਯਮ ਕਾਨੂੰਨ ਨੇ, ਉਹ ਉਹਨਾਂ ਦੀ ਪਾਲਣਾ ਕਰਨੀ ਪੈਣੀ ਹੈ, ਉਹ ਲਾਗੂ ਕਰਨੇ ਪੈਣੇ ਚੰਗੀ ਤਰ੍ਹਾਂ ਨਾਲ। ਇਹ 3 ਸ਼ਹਿਰ ਅਗਰ ਕੰਟਰੋਲ ਹੋ ਜਾਣ ਤੇ ਪੰਜਾਬ ਜਿਹੜਾ ਹੈਗਾ ਉਹ ਕਾਫੀ ਜ਼ਿਆਦਾ ਸੁਰੱਖਿਆ ਵਾਲੀ ਜ਼ੋਨ ਦੇ ਵਿੱਚ ਆ ਸਕਦਾ, ਕਿਉਂਕਿ ਇਹਨਾਂ ਤਿੰਨਾਂ ਸ਼ਹਿਰਾਂ ਨੂੰ ਪੰਜਾਬ ਦੇ ਵਪਾਰਕ ਧੁਰੇ ਦੇ ਤੌਰ ਤੇ ਵੀ ਦੇਖਿਆ ਜਾ ਰਿਹਾ। ਹਾਲਾਂਕਿ ਚੌਥੇ ਨੰਬਰ ਤੇ ਸੰਗਰੂਰ ਹੈ 239, 5ਵੇਂ ਨੰਬਰ ਤੇ ਪਟਿਆਲਾ ਕੁੱਲ 226, 6ਵੇਂ ਨੰਬਰ ਤੇ ਮੋਹਾਲੀ 219। ਸੋ ਪੰਜਾਬ ਦੇ 12 ਜ਼ਿਲ੍ਹੇ ਨੇ ਹੁਣ ਜਿੱਥੇ 100 ਤੋਂ ਜ਼ਿਆਦਾ ਕੇਸ ਨੇ। ਫਰੀਦਕੋਟ 'ਚ 99 ਹੈ। ਅਗਰ ਇੱਕ ਫਰੀਦਕੋਟ 'ਚ ਨਵਾਂ ਆਉਂਦਾ ਤੇ 13 ਜ਼ਿਲ੍ਹੇ ਹੋ ਜਾਣਗੇ ਜਿਹੜੇ 100 ਤੋਂ ਜ਼ਿਆਦਾ ਨੇ 22 'ਚੋਂ। ਪਰ ਜਿਹੜੇ ਐਕਟਿਵ ਕੇਸ ਹੈ ਮੈਂ ਇੱਕ ਵਾਰੀ ਸਾਰੇ ਜ਼ਿਲ੍ਹਿਆਂ ਦੇ ਦੱਸਦਾ। ਅੰਮ੍ਰਿਤਸਰ 'ਚ ਐਕਟਿਵ 237, ਲੁਧਿਆਣਾ 'ਚ 205, ਜਲੰਧਰ 'ਚ 273, ਸੰਗਰੂਰ 93, ਪਟਿਆਲਾ 'ਚ 99, ਮੋਹਾਲੀ 'ਚ 46, ਗੁਰਦਾਸਪੁਰ 'ਚ 24, ਪਠਾਨਕੋਟ 46, ਤਰਨਤਾਰਨ 21, ਹੁਸ਼ਿਆਰਪੁਰ 20, SBS ਨਗਰ 6, ਫਤਿਹਗੜ੍ਹ ਸਾਹਿਬ 24, ਫਰੀਦਕੋਟ 12, ਰੋਪੜ 16, ਮੋਗਾ 'ਚ 10, ਮੁਕਤਸਰ 12, ਬਠਿੰਡਾ 15, ਫਿਰੋਜ਼ਪੁਰ 28, ਫਾਜ਼ਿਲਕਾ 25, ਕਪੂਰਥਲਾ 19, ਬਰਨਾਲਾ 17 ਤੇ ਮਾਨਸਾ 7। 1247 ਕੁੱਲ ਪੰਜਾਬ 'ਚ ਐਕਟਿਵ ਨੇ। 105 ਪੰਜਾਬ 'ਚ ਹੁਣ ਤੱਕ ਸਵਰਗਵਾਸ ਹੋਏ ਨੇ। ਸਭ ਤੋਂ ਜ਼ਿਆਦਾ ਸਵਰਗਵਾਸ ਹੋਏ ਨੇ ਅੰਮ੍ਰਿਤਸਰ 'ਚ 32, ਲੁਧਿਆਣੇ 'ਚ 18, ਜਲੰਧਰ 'ਚ 14, ਸੰਗਰੂਰ 'ਚ 6, ਪਟਿਆਲਾ 5। ਇਹ ਸਥਿਤੀਆਂ ਨੇ। ਪਠਾਨਕੋਟ 'ਚ ਵੀ 5 ਸਵਰਗਵਾਸ ਹੋਏ ਨੇ। ਸੋ ਕੁੱਲ 105 ਮਰੀਜ਼ ਪੰਜਾਬ 'ਚ ਹੁਣ ਤੱਕ ਸਵਰਗਵਾਸ ਹੋਏ ਨੇ। ਸੋ ਹੁਣ ਕੌਮੀ ਪੱਧਰ ਦੀਆਂ ਕੁਝ ਅਹਿਮ ਸਰਗਰਮੀਆਂ ਨੇ, ਜਾਣਕਾਰੀਆਂ ਨੇ, ਉਹ ਸਾਂਝੀਆਂ ਕਰ ਲਈਏ। ਵਿਸ਼ਵ ਸਿਹਤ ਸੰਗਠਨ WHO ਨੇ ਆਪਣੀ ਰਿਪੋਰਟ ਦੇ ਵਿੱਚ ਦੱਸਿਆ ਹੈ ਕਿ ਇੰਡੀਆ ਦੇ ਵਿੱਚ ਪ੍ਰਤੀ 1 ਲੱਖ ਦੇ ਪਿੱਛੇ ਸਭ ਤੋਂ ਘੱਟ ਲੋਐਸਟ ਡੈਥ ਨੇ ਜਿਹੜੀ ਉਹ ਇੰਡੀਆ ਦੇ ਵਿੱਚ ਰਿਪੋਰਟ ਹੋ ਰਹੀ ਹੈ ਪ੍ਰਤੀ 1 ਲੱਖ ਦੇ ਪਿੱਛੇ। ਸੋ ਭਾਰਤ ਦੇ ਵਿੱਚ ਰਿਕਵਰੀ ਰੇਟ ਵੀ ਬਹੁਤ ਚੰਗਾ ਹੈ। 56.3% ਰਿਕਵਰੀ ਰੇਟ ਹੈ ਜਿਹੜਾ ਉਹ ਭਾਰਤ ਦੇ ਵਿੱਚ ਹੋ ਚੁੱਕਿਆ ਹੈ। ਔਰ ਹੁਣ ਤੱਕ 2,48,149 ਮਰੀਜ਼ ਨੇ ਜਿਹੜੇ ਉਹ ਠੀਕ ਹੋ ਚੁੱਕੇ ਨੇ। ਔਰ 10,994 ਮਰੀਜ਼ ਇੰਡੀਆ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਠੀਕ ਹੋਏ ਨੇ। ਸੋ ਠੀਕ ਹੋਣ ਵਾਲਿਆਂ ਦੀ ਗਿਣਤੀ ਵੀ ਬੜੀ ਤੇਜ਼ੀ ਦੇ ਨਾਲ ਵੱਧ ਰਹੀ ਹੈ। ਔਰ 1,78,014 ਐਕਟਿਵ ਮਰੀਜ਼ ਨੇ ਜਿਹੜੇ ਭਾਰਤ ਸਰਕਾਰ ਦੇ ਸਰਕਾਰੀ ਆંકੜੇ ਦੇ ਮੁਤਾਬਕ, ਜਿਹੜੇ ਤੱਥਾਂ ਵਾਲੇ ਅਸਲ ਸੱਚੇ ਆંકੜੇ ਨੇ। ਔਰ ਇਹ ਵੀ ਪਤਾ ਲੱਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ PM ਕੇਅਰ ਫੰਡ ਦੇ ਵਿੱਚੋਂ 2,000 ਕਰੋੜ ਰੁਪਏ ਜਿਹੜੇ ਨੇ ਉਹ ਖਰਚੇ ਜਾ ਰਹੇ ਨੇ 50,000 ਮੇਡ ਇਨ ਇੰਡੀਆ ਵੈਂਟੀਲੇਟਰਸ ਲੈਣ ਦੇ ਲਈ। ਸੋ ਇਸ ਤੋਂ ਇਲਾਵਾ 1,000 ਕਰੋੜ ਜਿਹੜੇ ਸਾਡੇ ਮਜ਼ਦੂਰ ਭਾਈਚਾਰੇ ਦੇ ਲੋਕ ਨੇ ਉਹਨਾਂ ਦੇ ਵੈਲਫੇਅਰ ਦੇ ਲਈ ਖਰਚੇ ਜਾ ਰਹੇ ਨੇ। ਔਰ ਇਸ ਤੋਂ ਇਲਾਵਾ ਸਿਹਤ ਮਿਨਿਸਟਰ ਨੇ ਕਿਹਾ, ਭਾਰਤ ਦੀ ਸਿਹਤ ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ ਉੜੀਸਾ ਤੇ ਪੰਜਾਬ ਨੇ ਜਿਹੜੇ ਉਹ ਕੋਵਿਡ-19 ਕ੍ਰਾਈਸਿਸ ਨੂੰ ਟੈਕਲ ਕਰਨ ਲਈ ਬਿਲਕੁਲ ਸਹੀ ਤਕਨੀਕ ਅਪਣਾ ਰਹੇ ਨੇ। ਸੋ ਪੰਜਾਬ ਤੇ ਉੜੀਸਾ ਇਹਨਾਂ ਦੋਹਾਂ ਦੀ ਭਾਰਤ ਦੀ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਤਾਰੀਫ ਕੀਤੀ ਗਈ ਹੈ। ਔਰ ਹੁਣ ਪੰਜਾਬ ਦੀਆਂ ਸਿਆਸੀ ਸਰਗਰਮੀਆਂ ਵੱਲ ਰੁਖ ਕਰਦੇ ਹਾਂ। ਮਨਪ੍ਰੀਤ ਬਾਦਲ ਨੇ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਕਈ ਅਹਿਮ ਗੱਲਾਂ ਕੀਤੀਆਂ ਨੇ। ਮਨਪ੍ਰੀਤ ਬਾਦਲ ਨੇ ਕਿਹਾ ਹੈ ਕਿ ਬਠਿੰਡਾ ਥਰਮਲ ਪਲਾਂਟ ਭਾਵੇਂ 25 ਸਾਲ ਦੀ ਮਿਆਦ ਪੂਰੀ ਹੋਣ ਤੋਂ ਬਾਅਦ 3 ਕੁ ਵਰ੍ਹੇ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ, ਪਰ ਹੁਣ ਉਸ ਦੀ ਥਾਂ ਤੇ ਵੱਡੀ ਪੱਧਰ ਦੇ ਉੱਤੇ ਅਸੀਂ ਉਦਯੋਗਿਕ ਨਿਵੇਸ਼ ਕਰਾਂਗੇ। ਮਨਪ੍ਰੀਤ ਬਾਦਲ ਨੇ ਕਿਹਾ ਹੈ ਕਿ ਕਿਸੇ ਨੂੰ ਵੀ ਬਠਿੰਡਾ ਥਰਮਲ ਪਲਾਂਟ ਤੋਂ ਨੌਕਰੀ ਤੋਂ ਵਾਂਝਾ ਨਹੀਂ ਕੀਤਾ ਗਿਆ, ਸਿਰਫ ਬਦਲੀਆਂ ਕੀਤੀਆਂ ਗਈਆਂ ਸਨ। ਉਹਨਾਂ ਕਿਹਾ ਕਿ ਸਾਲਾਨਾ 110 ਕਰੋੜ ਰੁਪਏ ਪਲਾਂਟ ਦੀ ਦੇਖ ਰੇਖ ਨੂੰ ਲੱਗਦੇ ਸਨ। ਹਾਲਾਂਕਿ ਇਹ ਵੱਡਾ ਮੁੱਦਾ ਸੀ, ਵਿਰੋਧੀ ਧਿਰਾਂ ਥਰਮਲ ਪਲਾਂਟ ਬੰਦ ਕਰਨ ਦਾ ਵਿਰੋਧ ਕਰ ਰਹੀਆਂ ਸਨ। ਜੇ ਮੈਨੂੰ ਕਿਸੇ ਹੋਰ ਪਲਾਂਟ ਤੋਂ ਕਿਤੇ ਬਿਜਲੀ ਸਸਤੀ ਮਿਲਦੀ ਹੈ ਤਾਂ ਮੈਂ ਇਹ ਨਹੀਂ ਕਿ ਮੈਂ ਬਠਿੰਡੇ ਵਾਲਾ ਪਲਾਂਟ ਚਲਾਉਂਗਾ ਮਹਿੰਗਾ 7 ਰੁਪਏ 70 ਪੈਸੇ ਵਾਲਾ, ਪਰ ਮੈਂ 2 ਰੁਪਏ ਦੀ 30 ਪੈਸੇ ਦੀ ਬਿਜਲੀ ਨਹੀਂ ਖਰੀਦੂੰਗਾ। ਔਰ ਇਹ ਬੜਾ ਟਰਾਂਸਪੇਰੈਂਟ ਤਰੀਕਾ ਹੈ।
ਸੋ ਟੋਟਲ ਮੈਂ ਕਹਿ ਸਕਦਾ ਕਿ ਅੱਜ ਜਿਹੜੀ ਪੰਜਾਬ ਦੀ ਬਿਜਲੀ ਜਿਹੜੀ ਸਾਨੂੰ ਅੱਜ ਖਾਸ ਕਰਕੇ ਝੋਨੇ ਵਾਸਤੇ ਮਿਲ ਰਹੀ ਹੈ, ਅੱਜ ਦੇ ਮਹੀਨੇ ਦੇ ਵਿੱਚ ਇਹ 3 ਰੁਪਏ ਤੋਂ ਥੱਲੇ ਮਿਲ ਰਹੀ ਹੈ। ਇੱਕ ਇਹ ਮੈਂ ਇਹ ਵੀ ਵਾਅਦੇ ਕਰਨਾ ਚਾਹੁੰਦਾ ਕਿ ਬਠਿੰਡਾ ਜਿਹੜਾ ਪਾਵਰ ਸਟੇਸ਼ਨ ਸੀਗਾ, ਇਹਦੇ ਵਿੱਚ ਤਕਰੀਬਨ 1057 ਰੈਗੂਲਰ EMPLOYEES ਸੀਗੇ, ਇਹਦੇ ਵਿੱਚ ਆਊਟਸੋਰਸ 131 ਸੀਗੇ ਤੇ ਕੰਟਰੈਕਟ ਤੇ 665 ਸੀਗੇ। ਪੰਜਾਬ ਸਰਕਾਰ ਨੇ ਬਠਿੰਡੇ ਪਲਾਂਟ ਦਾ ਇੱਕ ਵੀ EMPLOYEE, ਚਾਹੇ ਉਹ ਰੈਗੂਲਰ ਸੀ, ਚਾਹੇ ਆਊਟਸੋਰਸ ਸੀ ਤੇ ਚਾਹੇ ਉਹ ਕੰਟਰੈਕਟ ਸੀ, ਇੱਕ ਵੀ ਬੰਦੇ ਨੂੰ ਨੌਕਰੀ ਤੋਂ ਨਹੀਂ ਕੱਢਿਆ। ਸਾਰੇ ਬੰਦਿਆਂ ਨੂੰ ਉਹਨਾਂ ਨੇ ਆਲਟਰਨੇਟਿਵ ਜਗ੍ਹਾ ਤੇ ਬਠਿੰਡੇ ਡਿਸਟ੍ਰਿਕਟ ਦੇ ਵਿੱਚ ਉਹਨਾਂ ਨੂੰ ਤਬਾਦਲਾ ਕਰਤਾ। ਸੋ not a single employee of the Bathinda thermal plant was retrenched। ਔਰ ਜਿਸ ਤਰ੍ਹਾਂ ਮੈਂ ਕਿਹਾ ਕਿ ਜੇ 7 ਰੁਪਏ 70 ਪੈਸੇ ਦੀ ਬਿਜਲੀ ਪ੍ਰੋਡਿਊਸ ਹੁੰਦੀ ਹੈ ਤੇ ਪਲਾਂਟ ਲੋਡ ਫੈਕਟਰ ਜਿਹੜਾ ਹੈ ਉਹ 7.23 ਹੈ, ਤਾਂ ਇਹ ਪਲਾਂਟ ਜਿਹੜਾ ਹੈ ਇਹ ਅਨਵਾਈਬਲ ਹੋ ਗਿਆ ਸੀ। ਦੂਸਰਾ ਮੈਂ ਇਹ ਵੀ ਕਹਿਣਾ ਕਿ ਜੇ ਇਹ ਪਲਾਂਟ ਨੂੰ ਅਸੀਂ ਰੱਖਦੇ ਹਾਂ ਤੇ ਇਹਦਾ ਜਿਹੜਾ ਪਲਾਂਟ ਲੋਡ ਫੈਕਟਰ ਹੈ ਇਟਸ ਅੰਡਰ 8, ਤਾਂ ਇਹਦਾ ਜਿਹੜਾ ਮੇਨਟੇਨੈਂਸ, ਲੇਬਰ ਤੇ ਐਡਮਿਨਿਸਟ੍ਰੇਟਿਵ ਕਾਸਟ ਹੈ ਇਹ 110 ਕਰੋੜ ਰੁਪਏ ਸਾਲ ਦਾ ਪੈਂਦਾ। ਕੋਈ ਵੀ ਜ਼ਿੰਮੇਵਾਰ ਸਰਕਾਰ ਔਰ ਇਹ ਜਿਹੜੇ ਆਪਣੇ ਟੈਕਸ ਪੇਅਰ ਦੇ ਪੈਸੇ ਤੇ ਐਸਾ ਗੈਰ ਜ਼ਿੰਮੇਵਾਰਾ ਫੈਸਲਾ ਨਹੀਂ ਲੈ ਸਕਦੀ ਕਿ ਅਸੀਂ ਉਹਨੂੰ ਕੰਟੀਨਿਊ ਕਰੀਏ। ਇਸ ਲਿਹਾਜ਼ਾ ਇਹ ਪਿਛਲੇ 3 ਸਾਲ ਤੋਂ ਇਹ ਪਲਾਂਟ ਬੰਦ ਪਿਆ ਸੀ। ਮਨਪ੍ਰੀਤ ਬਾਦਲ ਨੇ ਇਹ ਵੀ ਦੱਸਿਆ ਕਿ 3 ਸਾਲ ਪਹਿਲਾਂ ਥਰਮਲ ਪਲਾਂਟ ਨੂੰ ਬੰਦ ਕਰਨ ਦਾ ਫੈਸਲਾ ਕਿਉਂ ਕੀਤਾ ਗਿਆ ਸੀ। ਉਹਨਾਂ ਇਹ ਵੀ ਕਿਹਾ ਕਿ 164 ਏਕੜ ਝੀਲ ਉਸੇ ਤਰ੍ਹਾਂ ਕਾਇਮ ਰਹੇਗੀ, ਝੀਲ ਵਾਟਰ ਸਪਲਾਈ ਦਾ ਹਿੱਸਾ ਬਣੇਗੀ, 65 ਏਕੜ ਜ਼ਮੀਨ ਸਿਟੀ ਸੈਂਟਰ ਲਈ ਵਰਤੀ ਜਾਏਗੀ ਔਰ ਕਈ ਹੋਰ ਗੱਲਾਂ ਮਨਪ੍ਰੀਤ ਬਾਦਲ ਨੇ ਕੀਤੀਆਂ। ਜਾਂਦਾ ਤੁਹਾਨੂੰ ਇਹ ਵੀ ਕਹਾਂਗਾ ਕਿ ਸੋ ਇਨਵਾਇਰਮੈਂਟਲ, ਐਡਮਿਨਿਸਟ੍ਰੇਟਿਵ ਤੇ ਕਮਰਸ਼ੀਅਲ, ਇਹ 3 ਕਾਰਨ ਸੀਗੇ ਕਿ ਬਠਿੰਡਾ ਦਾ ਜਿਹੜਾ ਪਾਵਰ ਪਲਾਂਟ ਹੈ ਇਹ 3 ਸਾਲ ਪਹਿਲਾਂ ਪੰਜਾਬ ਸਰਕਾਰ ਨੇ ਇਹਨੂੰ ਬੰਦ ਕਰਨ ਦਾ ਫੈਸਲਾ ਕੀਤਾ। ਹੁਣ ਸਵਾਲ ਇਹ ਰਹਿ ਗਿਆ ਕਿ ਇੱਕ ਵਾਰੀ ਇਹ ਪਲਾਂਟ ਬੰਦ ਹੋ ਗਿਆ, ਕਿਸੇ EMPLOYEE ਦੀ ਰੀਟ੍ਰੈਂਚਮੈਂਟ ਨਹੀਂ ਹੋਈ। ਔਰ ਮੈਂ ਤੁਹਾਨੂੰ ਇਹ ਵਸੂਕ ਨਾ ਦੱਸ ਸਕਦਾ ਕਿਉਂਕਿ ਮੈਂ ਬਠਿੰਡਾ ਕੰਸਟੀਚੁਐਂਸੀ ਨੂੰ ਰਿਪਰੈਜ਼ੈਂਟ ਕਰਦਾ। ਇੱਕ ਸਾਇਲੈਂਟ ਮੈਜੋਰਿਟੀ ਹੈ। ਅਕਾਲੀ ਦਲ ਨੂੰ ਦੁੱਖ ਹੋ ਸਕਦਾ ਹੈ, ਆਮ ਆਦਮੀ ਪਾਰਟੀ ਨੂੰ ਦੁੱਖ ਹੋ ਸਕਦਾ ਹੈ, ਪਰ ਜਿਹੜੇ ਬਠਿੰਡੇ ਸ਼ਹਿਰ ਦੇ ਲੋਕ ਹੈ ਜਿਨ੍ਹਾਂ ਤੇ ਸਿਰ ਤੇ ਪਿਛਲੇ 40 ਸਾਲ ਤੋਂ ਇਹ ਸਵਾਹ ਡਿਗਰੀ ਸੀ, ਕਿਉਂਕਿ ਆਫਟਰ ਆਲ ਇਹ ਇੰਨਾ ਤੁਸੀਂ ਲੱਖਾਂ ਟਨ ਕੋਲਾ ਜਿਹੜਾ ਹੈ ਜੇ ਕਿਤੇ ਬਚਾਉਨੇ ਹੋ ਤਾਂ ਉਹਦੀ ਸਵਾਹ ਕਿਤੇ ਨਾ ਕਿਤੇ ਤਾਂ ਡਿੱਗੂਗੀ। ਇਹ ਬਠਿੰਡੇ ਸ਼ਹਿਰ ਦੇ ਉੱਤੇ ਡਿੱਗਦੀ ਸੀ, ਉਹਨਾਂ ਨੇ ਤਾਂ ਇੱਕ ਸੁੱਖ ਦਾ ਸਾਹ ਲਿਆ। ਹੁਣ ਸਵਾਲ ਸਿਰਫ ਇੱਕ ਇੰਨਾ ਹੀ ਰਹਿ ਗਿਆ ਕਿ ਇਹ ਜਿਹੜਾ ਪਲਾਂਟ ਹੈ ਇਹਦੀ ਜਿਹੜੀ ਜ਼ਮੀਨ ਹੈ ਇਹਦਾ ਕੀ ਸਰਕਾਰ ਕੀ ਕਰਨ ਚੱਲੀ ਹੈ, ਕਿਉਂਕਿ ਕੁਝ ਪੇਪਰਾਂ ਨੇ ਲਿਖਤਾ ਹੈ ਕਿ ਗਵਰਨਮੈਂਟ ਨੇ ਇਹ ਜ਼ਮੀਨ ਵੇਚ ਦੇਣੀ ਹੈ। ਇਹ ਤਾਂ ਵੇਚਤਾ, ਇਹ ਲੋਕਾਂ ਦੇ ਹਿੱਤ ਜਿਹੜੇ ਹੈ ਗਵਰਨਮੈਂਟ ਇਹ ਵੀ ਵੇਚ ਕੇ ਖਾ ਜੂਗੀ। ਸੋ ਇਹਦੇ 3 ਪਹਿਲੂ ਹੈ। ਇੱਕ ਤਾਂ ਬਠਿੰਡੇ ਦੇ ਵਿੱਚ ਕੋਈ 164 ਏਕੜ ਦੇ ਵਿੱਚ ਝੀਲਾਂ ਹੈ, ਪਾਣੀ ਜਿਹੜਾ ਇਹਨੂੰ ਚਲਾਉਣ ਵਾਸਤੇ ਲੋੜ ਸੀ। ਸਰਕਾਰ ਨੇ ਫੈਸਲਾ ਕੀਤਾ ਕਿ ਇਹ ਜਿਹੜੀਆਂ ਝੀਲਾਂ 164 ਏਕੜ 'ਚ ਇਹ ਉਵੇਂ ਹੀ ਰੱਖ ਕੇ ਤੇ ਬਠਿੰਡਾ ਸ਼ਹਿਰ ਦੀ ਜਿਹੜੀ ਵਾਟਰ ਸਪਲਾਈ ਹੈ ਇਹ ਇਹਦਾ ਹਿੱਸਾ ਬਣ ਜਾਣੀ ਹੈ, ਕਿਉਂਕਿ ਸਾਡਾ ਜਿਹੜਾ ਬਠਿੰਡੇ ਦਾ ਪੀਣ ਵਾਲਾ ਪਾਣੀ ਹੈ ਗਰਾਊਂਡ ਵਾਟਰ ਜਿਹੜਾ ਅਨਡਰਿੰਕੇਬਲ ਹੈ, ਤੇ ਜਿੱਦਣ ਨਹਿਰ ਬੰਦ ਹੁੰਦੀ ਹੈ ਕੈਨਾਲ ਬੇਸਡ ਹੈ ਤੇ ਸਾਡੇ ਕੋਲੇ ਸਟੋਰੇਜ ਦੀ ਕਪੈਸਿਟੀ ਸਿਰਫ 10-12 ਦਿਨਾਂ ਦੀ ਹੈ। ਜੇ ਬੰਦੀ 10-12 ਦਿਨਾਂ ਤੋਂ ਜ਼ਿਆਦਾ ਹੋ ਜਾਂਦੀ ਹੈ ਤਾਂ ਬਠਿੰਡੇ ਸ਼ਹਿਰ 'ਚ ਪਾਣੀ ਮੁੱਕ ਜਾਂਦਾ ਹੈ। ਸੋ ਗਵਰਨਮੈਂਟ ਨੇ ਇਹ ਫੈਸਲਾ ਕੀਤਾ ਹੈ ਕਿ 164 ਏਕੜ ਇਹ ਪਾਣੀ ਜਿਹੜਾ ਹੈ ਇਹ ਬਠਿੰਡੇ ਦੀ ਵਾਟਰ ਸਪਲਾਈ ਦਾ ਹਿੱਸਾ ਬਣ ਜਾਊਗਾ। 2.5-3 ਮਹੀਨੇ ਵੀ ਨਹਿਰ ਬੰਦ ਹੋ ਜੇ ਤਾਂ ਬਠਿੰਡੇ ਸ਼ਹਿਰ ਨੂੰ ਪਾਣੀ ਦੀ ਕਮੀ ਨਹੀਂ ਆਏਗੀ। ਦੂਸਰਾ, ਇਹਦੇ ਵਿੱਚ ਪਾਵਰ ਕਾਲੋਨੀ ਹੈ ਥਰਮਲ ਪਲਾਂਟ ਦੀ, ਜਿੱਥੇ ਅਫਸਰ ਤੇ ਸਾਰਾ ਅਮਲਾ ਰਹਿੰਦਾ ਸੀ। ਇਹ 280 ਏਕੜ 'ਚ ਹੈ। ਸਰਕਾਰ ਨੇ ਫੈਸਲਾ ਕੀਤਾ ਹੈ ਕਿ 280 ਏਕੜ ਦੇ ਵਿੱਚ ਜਿਹੜੀਆਂ ਕੋਠੀਆਂ ਬਣੀਆਂ, ਉੱਥੇ ਪਲੇਗਰਾਊਂਡ ਬਣਿਆ, ਉੱਥੇ ਸਕੂਲ ਬਣਿਆ, ਉੱਥੇ ਸਟੇਡੀਅਮ ਬਣਿਆ, ਜਿੰਨੀ ਵੀ ਸਾਡੀ ਸਿਵਲ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਹੈ, DC, SSP, ਸੈਸ਼ਨ ਜੱਜ ਤੋਂ ਲੈ ਕੇ
ਕਲਾਸ 4 ਦੇ ਜਿਹੜੇ EMPLOYEES ਹੈ ਉਹ ਉਸ ਪਾਵਰ ਕਾਲੋਨੀ 'ਚ ਉਹਨਾਂ ਨੂੰ ਮੁੰਤਕਲ ਕਰ ਦਿੱਤਾ ਜਾਊਗਾ। ਪੰਜਾਬ ਸਰਕਾਰ ਦਾ ਹਰ ਇੱਕ ਮੁਲਾਜ਼ਮ ਉਹਦੇ ਵਿੱਚ ਅਕੋਮੋਡੇਸ਼ਨ ਹੈ, ਔਰ ਜੇ ਅਸੀਂ ਇਹ ਫੈਸਲਾ ਨਾ ਲੈਂਦੇ ਤਾਂ ਇਹ ਜਿਹੜੇ ਉੱਥੇ ਮਕਾਨ ਬਣੇ ਇਹ 2 4 5 10 ਸਾਲਾਂ ਬਾਅਦ ਇਹਨਾਂ ਨੇ ਖੰਡਰਾਤ ਬਣ ਜਾਣਾ ਸੀ। ਟੋਟਲ ਪੰਜਾਬ ਦੀ ਬਠਿੰਡੇ ਦੀ ਜਿਹੜੀ ਸਿਵਲ ਲਾਈਨਸ ਵੱਜਦੀ ਹੈ, ਜਿੱਥੇ ਸੜਕ ਮਹਿਕਮੇ ਦੇ ਜਿਹੜੇ ਜਿੰਨੇ ਵੀ ਐਡਮਿਨਿਸਟ੍ਰੇਟਿਵ ਸਟਾਫ ਹੈ DC ਤੋਂ ਲੈ ਕੇ ਕਲਾਸ 4 ਤੱਕ, ਇਹ ਸਾਰੀ ਸਿਵਲ ਲਾਈਨ ਜਿਹੜੀ ਅਸੀਂ ਖਾਲੀ ਹੋ ਜਾਏਗੀ। ਤੇ ਜਿੰਨੀ ਪੁਲਿਸ ਲਾਈਨ ਹੈ, ਜਿੰਨੀ ਪੁਲਿਸ ਦੇ ਅਫਸਰ ਹੈ, ਉਹ ਵੀ ਸਾਰੇ ਉਸ ਪਾਵਰ ਕਾਲੋਨੀ 'ਚ ਆ ਜਾਣਗੇ। ਔਰ 65 ਏਕੜ ਜ਼ਮੀਨ ਜਿਹੜੀ ਹੈ ਇਹ ਪੰਜਾਬ ਸਰਕਾਰ ਦੀ ਜ਼ਮੀਨ ਜਿਹੜੀ ਹੈ, ਇਹ ਸਾਡੇ ਸਿਟੀ ਸੈਂਟਰ ਵਾਸਤੇ, ਕਮਰਸ਼ੀਅਲ ਸੈਂਟਰ ਵਾਸਤੇ ਬਹੁਤ ਵਧੀਆ। ਮਨਪ੍ਰੀਤ ਬਾਦਲ ਨੇ ਇਹ ਵੀ ਕਿਹਾ ਕਿ 1320 ਏਕੜ ਜ਼ਮੀਨ ਹੈ ਜਿਹੜੀ ਉਹ ਬਾਕੀ ਬਚੇਗੀ ਥਰਮਲ ਪਲਾਂਟ ਦੀ ਜ਼ਮੀਨ। ਸੋ ਇੱਥੇ ਇੰਡਸਟਰੀਅਲ ਹੱਬ ਬਣਾਇਆ ਜਾਏਗਾ ਔਰ ਦੁਨੀਆ ਭਰ ਦੇ ਉਦਯੋਗ ਨੂੰ ਇੱਥੇ ਸੱਦਾ ਮਾਰਿਆ ਜਾਏਗਾ। ਖਾਸ ਤੌਰ ਤੇ ਚੀਨ ਤੋਂ ਆਪਣਾ ਕਾਰੋਬਾਰ ਸਮੇਟਣ ਵਾਲੀਆਂ ਕੰਪਨੀਆਂ ਨੂੰ ਖੁੱਲ੍ਹਾ ਸੱਦਾ ਹੈ ਕਿ ਉਹ ਪੰਜਾਬ ਦੇ ਬਠਿੰਡੇ 'ਚ ਆ ਕੇ ਆਪਣੇ ਉਦਯੋਗਿਕ ਕਾਰੋਬਾਰ ਸ਼ੁਰੂ ਕਰਨ। ਹਾਲਾਂਕਿ ਸੁਖਬੀਰ ਬਾਦਲ ਨੇ ਵੀ ਪਿਛਲੇ 10 ਸਾਲ ਦੇ ਕਾਰਜਕਾਲ ਦੇ ਦੌਰਾਨ ਬਹੁਤ ਵੱਡੇ ਦਾਅਵੇ ਕੀਤੇ ਸੀ ਕਿ ਮੁਹਾਲੀ ਤੋਂ ਲੈ ਕੇ ਅਸੀਂ ਪੰਜਾਬ ਦੇ ਵਿੱਚ ਇੰਡਸਟਰੀਅਲ ਫੋਕਲ ਪੁਆਇੰਟ ਉਸਾਰਾਂਗੇ, ਬਹੁਤ ਵੱਡੀ ਉਦਯੋਗਿਕ ਤਰੱਕੀ ਦੇਵਾਂਗੇ, ਪਰ ਉਹ ਸਥਿਤੀਆਂ ਦਿਖੀਆਂ ਨਹੀਂ। ਤੇ ਕਾਂਗਰਸ ਦੇ ਰਾਜ 'ਚ ਵੀ ਪਿਛਲੇ 3 ਸਾਲ 'ਚ ਕੋਈ ਬਹੁਤ ਵੱਡੀ ਉਦਯੋਗਿਕ ਤਰੱਕੀ ਦਿਖੀ ਨਹੀਂ। ਹੁਣ ਅਗਲੇ 2 ਸਾਲਾਂ ਦੇ ਵਿੱਚ ਕੀ ਸੱਚਮੁੱਚ ਬਠਿੰਡੇ 'ਚ ਉਦਯੋਗ ਆਉਣਗੇ ਜਾਂ ਸਿਰਫ ਇਹ ਇੱਕ ਕੋਸ਼ਿਸ਼ ਰਹੇਗੀ, ਸਿਰਫ ਕੋਸ਼ਿਸ਼ ਰਹੇਗੀ? ਸੁਣਦੇ ਹਾਂ ਮਨਪ੍ਰੀਤ ਬਾਦਲ। ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇਹ ਸਾਰੀ ਜ਼ਮੀਨ ਜਿਹੜੀ ਹੈ ਇਹਦੇ ਤੇ ਇੰਡਸਟਰੀਅਲ ਪਾਰਕ ਬਣੇਗਾ। ਕਾਰੋਬਾਰ ਦਾ ਪਹੀਆ ਜਿਹੜਾ ਹੈ ਇੱਕ ਵਾਰੀ ਫੇਰ ਚੱਲੇਗਾ। ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਿਹੜੀ ਚੀਨ ਤੋਂ ਇੰਡਸਟਰੀ ਟੁੱਟ ਕੇ ਆ ਰਹੀ ਹੈ ਔਰ ਉਹ ਹਿੰਦੁਸਤਾਨ 'ਚ ਆਪਣੇ ਆਪ ਨੂੰ ਪਾਰਕ ਕਰਨਾ ਚਾਹੁੰਦੀ ਹੈ, ਤਾਂ ਪੰਜਾਬ ਵੀ ਇੱਕ ਐਸਾ ਡੈਸਟੀਨੇਸ਼ਨ ਹੋਏਗਾ ਜਿੱਥੇ ਕਿ ਇੰਡਸਟਰੀਅਲ ਡਿਵੈਲਪਮੈਂਟ ਹੋ ਸਕੇ। ਔਰ ਜਿੰਨੇ ਬੰਦੇ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ 1000 ਬੰਦਾ ਥਰਮਲ ਪਲਾਂਟ 'ਚ ਰੈਗੂਲਰ ਕੰਮ ਕਰਦਾ ਸੀ ਔਰ ਤਕਰੀਬਨ 1000 ਜਿਹੜਾ ਆਊਟਸੋਰਸ ਤੇ ਕੰਟਰੈਕਟ ਸੀ। ਮੈਂ ਵਸੂਕ ਨਾ ਕਹਿ ਸਕਦਾ, ਮੈਂ ਕਿਸੇ ਸਿਆਸੀ ਸ਼ੋਕਾਬਾਜ਼ੀ ਨਾਲ ਇਹ ਗੱਲ ਨਹੀਂ ਕਹਿ ਰਿਹਾ ਕਿ ਇਦੋਂ ਘੱਟੋ ਘੱਟ ਵੀ 50 ਗੁਣਾ 50,000 ਬੰਦਾ ਜਦੋਂ ਇਹ ਇੰਡਸਟਰੀਅਲ ਪਾਰਕ ਡਿਵੈਲਪ ਹੋ ਜਾਂਦਾ ਹੈ, ਚਾਹੇ ਉਹ ਫਾਰਮਾ ਪਾਰਕ ਦੀ ਸ਼ਕਲ 'ਚ ਆਵੇ ਜਾਂ ਹੋਰ ਕਿਸੇ ਪਾਰਕ ਦੀ ਸ਼ਕਲ 'ਚ ਆਵੇ, ਤਾਂ ਬਠਿੰਡੇ ਦੇ ਲੋਕ ਜਿਹੜੇ ਕਿ ਕਾਰੋਬਾਰੀ ਲੋਕ ਹੈ, ਇਹ ਬਠਿੰਡੇ ਸ਼ਹਿਰ ਨੂੰ ਔਰ ਉਸ ਇਲਾਕੇ ਨੂੰ ਇੱਕ ਬਹੁਤ ਵੱਡਾ ਵਰਦਾਨ ਸਾਬਤ ਹੋਏਗਾ। ਉਧਰ ਬੈਂਸ ਭਰਾਵਾਂ ਦੇ ਖੇਤੀ ਵਸਤਾਂ ਬਾਰੇ ਆਰਡੀਨੈਂਸ ਦੇ ਵਿਰੋਧ ਵਿੱਚ ਸਾਈਕਲ ਤੇ ਰੋਸ ਮਾਰਚ ਦਾ ਦੂਜਾ ਦਿਨ ਰਿਹਾ। ਉਹਨਾਂ ਨੇ ਜਲੰਧਰ ਤੋਂ ਬੈਂਸ ਭਰਾਵਾਂ ਨੇ ਜਲੰਧਰ ਤੋਂ ਬਿਆਸ ਤੱਕ ਦਾ ਆਪਣਾ ਸਫ਼ਰ ਤੈਅ ਕੀਤਾ। ਸੋ ਆਲ ਪਾਰਟੀ ਮੀਟਿੰਗ ਦੇ ਵਿੱਚ ਕੀ ਬੈਂਸ ਭਰਾ ਪੁੱਜਣਗੇ ਜਾਂ ਨਹੀਂ, ਇਸ ਗੱਲ ਤੇ ਵੀ ਸਭ ਦੀ ਨਜ਼ਰ ਰਹੇਗੀ। ਅੱਜ ਚੰਡੀਗੜ੍ਹ ਦੇ ਵਿੱਚ ਆਲ ਪਾਰਟੀ ਮੀਟਿੰਗ ਦਾ ਪ੍ਰਬੰਧ ਹੋਣਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸਾਰੀਆਂ ਵਿਰੋਧੀ ਧਿਰਾਂ ਨੂੰ ਸੱਦਾ ਮਾਰਿਆ, ਰਾਜਨੀਤਿਕ ਪਾਰਟੀਆਂ ਨੂੰ ਸੱਦਾ ਮਾਰਿਆ ਹੈ, ਪਰ ਕੀ ਬੈਂਸ ਭਰਾਵਾਂ ਦੀ ਪਾਰਟੀ ਨੂੰ ਸੱਦਾ ਮਾਰਿਆ ਇਸ ਬਾਰੇ ਹਜੇ ਸਪਸ਼ਟਤਾ ਨਹੀਂ ਹੈ। ਪਿਛਲੀ ਵਾਰ ਪਾਣੀਆਂ ਬਾਰੇ ਮੀਟਿੰਗ ਵਿੱਚ ਬੈਂਸ ਭਰਾ ਨਹੀਂ ਸੱਦੇ ਗਏ ਸੀ। ਉਧਰ ਮੋਤੀ ਮਹਿਲ ਦੇ ਬਾਹਰ ਆਮ ਆਦਮੀ ਪਾਰਟੀ ਦੇ ਵਿਧਾਇਕ ਪਰਮਲ ਸਿੰਘ ਨੇ ਪ੍ਰੋਟੈਸਟ ਕੀਤਾ ਵੱਖ-ਵੱਖ ਮੰਗਾਂ ਨੂੰ ਲੈ ਕੇ। ਮੈਂ ਸਵੇਰ ਦਾ ਆਇਆ ਹੋਇਆ ਹੈਗਾ, ਮੈਂ ਇੱਥੇ 10 ਵਜੇ ਦਾ, ਤੇ ਇੰਨੀ ਦੇਰ ਬੈਠਣ ਤੋਂ ਬਾਅਦ ਵੀ ਜਿਹੜਾ ਹੈਗਾ SDM ਸਾਹਿਬ ਆਏ ਹੈਗੇ ਇੱਥੋਂ ਪਟਿਆਲੇ ਦੇ, ਤੇ ਉਹ ਕਹਿ ਰਹੇ ਨੇ ਵੀ ਸਾਡੇ ਅਖਤਿਆਰ 'ਚ ਨਹੀਂ ਹੈਗਾ, ਵੀ ਇਹ ਤਾਂ ਡਿਸਟ੍ਰਿਕਟ ਲੈਵਲ ਦਾ ਮਸਲਾ ਹੈਗਾ। ਸੋ ਮੈਂ ਬਤੌਰ MLA ਹੋਣ ਦੇ ਨਾਤੇ ਮੈਂ ਇੱਥੇ ਆਪਣੇ CM ਨੂੰ ਜਿਹੜੀ ਆਪਣੀ ਦਰਖਾਸਤ ਲੈ ਕੇ ਆਇਆ ਸੀਗਾ ਕਿ ਵੀ ਸਾਡਾ ਮਸਲਾ ਹੈਗਾ ਹੱਲ ਕਰਵਾਇਆ ਜਾਵੇ, ਪਰ ਉਰੇ ਕੋਈ ਸੁਣਨ ਲਈ ਨਾ ਤਾਂ ਕੋਈ ਅੰਦਰ ਕੋਈ ਅਧਿਕਾਰੀ ਮੌਜੂਦ ਆ, ਕੋਈ OSD ਜਾਂ ਉਹਨਾਂ ਦਾ ਕੋਈ PA, ਤੇ SDM ਸਾਹਿਬ ਨੇ ਹੱਥ ਖੜੇ ਕਰ ਦਿੱਤੇ ਹੈਗੇ ਨੇ ਕਿ ਵੀ ਸਾਡੇ ਵੱਸ ਦੀ ਤਾਂ ਗੱਲ ਹੈ ਨਹੀਂ। ਸੋ ਇੱਥੋਂ ਮਤਲਬ ਨਿਰਾਸ਼ਾ ਹੀ ਹਾਸਲ ਹੋਈ ਆ CM ਦੇ ਆਫਿਸ 'ਚੋਂ। ਪਰ ਮੈਂ ਕਿਉਂਕਿ ਸਾਡੇ ਕੋਲੇ ਤਾਂ ਅਖੀਰ ਇਹੀ ਹੈਗਾ, CM ਸਾਹਿਬ ਨੂੰ ਹੀ ਕਹਿ ਸਕਦੇ ਹਾਂ। ਡਾਇਰੈਕਟਰ ਨਾਲ ਜਿਹੜਾ ਹੈਗਾ, ਡਾਇਰੈਕਟਰ ਪੰਚਾਇਤ ਹੈਗੇ ਜਿਹੜੇ, ਮੈਂ ਉਹਨਾਂ ਨਾਲ ਵੀ ਮੈਂ ਗੱਲ ਕਰ ਚੁੱਕਿਆ, ਉੱਥੇ ਵੀ ਕੋਈ ਸੁਣਵਾਈ ਨਹੀਂ ਹੋਈ। ਔਰ ਸੋ ਹਰ ਪਾਸੇ ਜਿਹੜੀ ਉਹ ਅਧਿਕਾਰੀ ਨੇ ਜਿਹੜੇ ਉਹ ਬੇਵਸ ਲਾਚਾਰ ਨਜ਼ਰ ਆ ਰਹੇ ਹੈਗੇ ਨੇ, ਜਾਂ ਇਹ ਲਾ ਲਓ ਕਿ ਵੀ ਉਹ ਜਾਣਬੁੱਝ ਕੇ ਇਹ ਮਸਲੇ ਨੂੰ ਹੱਲ ਨਹੀਂ ਕਰਨਾ ਚਾਹੁੰਦੇ ਹੈਗੇ। ਏਸ਼ੀਆ ਦੀ ਸਭ ਤੋਂ ਵੱਡੀ ਸਾਈਕਲ ਪੁਰਜ਼ੇ ਬਣਾਉਣ ਵਾਲੀ ਸੰਸਥਾ UCPMA
ਯੂਨਾਈਟਿਡ ਸਾਈਕਲਸ ਐਂਡ ਪਾਰਟਸ ਮੈਨੂਫੈਕਚਰਿੰਗ ਐਸੋਸੀਏਸ਼ਨ। ਉਹਦੇ ਪ੍ਰਧਾਨ ਨੇ ਡੀਐਸ ਚਾਵਲਾ। ਇਹ ਏਸ਼ੀਆ ਦੀ ਸਭ ਤੋਂ ਵੱਡੀ ਅਜਿਹੀ ਸੰਸਥਾ ਹੈ ਜਿਹੜੀ ਸਾਈਕਲ ਅਤੇ ਸਾਈਕਲ ਦੇ ਪੁਰਜ਼ਿਆਂ ਦੇ ਨਿਰਮਾਣ ਦੇ ਨਾਲ ਜੁੜੀ ਹੋਈ ਹੈ। ਹੁਣ ਜਦੋਂ ਗੱਲ ਤੁਰੀ ਹੈ ਕਿ ਚਾਈਨਾ ਦੇ ਸਮਾਨ ਦਾ ਬਾਇਕਾਟ ਕਰੋ, ਕਿਉਂਕਿ ਚਾਈਨਾ ਤੋਂ ਆਉਣ ਵਾਲੇ ਸਾਈਕਲਾਂ ਨੇ ਭਾਰਤ ਦੀ ਸਾਈਕਲ ਸਨਅਤ 'ਤੇ ਬਹੁਤ ਵੱਡੀ ਸੱਟ ਮਾਰੀ, ਖਾਸ ਤੌਰ 'ਤੇ ਲੁਧਿਆਣਾ ਦੀ ਸਾਈਕਲ ਸਨਅਤ 'ਤੇ। ਹੁਣ ਉਹਨਾਂ ਦੀ ਗੱਲ ਸੁਣਦੇ ਹਾਂ ਕਿ ਚਾਈਨਾ ਦੇ ਸਮਾਨ 'ਤੇ ਜੇ ਪਾਬੰਦੀ ਲੱਗੇ, ਲੋਕ ਚਾਈਨਾ ਦੇ ਸਮਾਨ ਦਾ ਬਾਇਕਾਟ ਕਰ ਦੇਣ ਤਾਂ ਕੀ ਫਰਕ ਪਏਗਾ। तो चाइना ਦੀ ਆਈਟਮ ਬੈਨ ਕਰਨਾ ਅੱਜ ਦਾ ਬੜਾ ਮੁੱਖ ਮੁੱਦਾ ਬਣ ਚੁੱਕਾ ਹੈ। ਸਭ ਤੋਂ ਵੱਡਾ ਕਾਰਨ ਇਹ ਹੈ ਕਿ ਚਾਈਨਾ ਇੰਡੀਆ 'ਚ ਬਹੁਤ ਵੱਡੀ ਮਾਰਕੀਟ ਕੈਪਚਰ ਕਰ ਚੁੱਕਾ ਹੈ। ਕਿਸੇ ਵੀ ਆਈਟਮ ਨੂੰ ਲੈ ਲਈਏ, ਅਰਬਾਂ ਰੁਪਏ ਇੱਥੋਂ ਕਮਾ ਕੇ ਉਸੇ ਪੈਸੇ ਦੇ ਨਾਲ ਜਦੋਂ ਸਾਡੀ ਸਰਹੱਦਾਂ 'ਤੇ ਸਾਡੇ ਵੀਰ ਜਵਾਨਾਂ ਦੀ ਸ਼ਹਾਦਤ ਹੁੰਦੀ ਹੈ, ਉਸ ਵੇਲੇ ਬਹੁਤ ਵੱਡਾ ਧੱਕਾ ਲੱਗਦਾ ਦਿਲ ਨੂੰ। ਮੈਂ ਆਪਣੇ ਵੱਲੋਂ ਤੇ ਸਾਈਕਲ ਇੰਡਸਟਰੀ ਵੱਲੋਂ ਆਪਣੇ ਸਾਰੇ ਸ਼ਹੀਦਾਂ ਨੂੰ, ਜਿਨ੍ਹਾਂ ਨੇ ਪਿਛਲੇ ਦਿਨੀ ਜਾਂ ਇਸ ਤੋਂ ਪਹਿਲਾਂ ਸਰਹੱਦਾਂ ਦੇ ਉੱਪਰ ਭਾਰਤ ਦੀ ਰਾਖੀ ਕਰਦਿਆਂ, ਸਰਹੱਦ ਦੀ ਰਾਖੀ ਕਰਦਿਆਂ ਆਪਣੀ ਸ਼ਹਾਦਤ ਦਿੱਤੀ, ਉਹਨਾਂ ਨੂੰ ਨਮਨ ਕਰਦਾ ਹਾਂ। ਨਾਲ ਹੀ ਬੇਨਤੀ ਕਰਦਾ ਕਿ ਕਿਸੇ ਵੀ ਚੀਜ਼ ਨੂੰ ਜਜ਼ਬਾਤੀ ਹੋ ਕੇ ਡਿਸੀਜ਼ਨ ਨਹੀਂ ਲੈਣਾ ਚਾਹੀਦਾ। ਠੀਕ ਹੈ, ਚਾਈਨਾ ਨੇ ਲੜਾਈ ਲੜੀ, ਸਾਨੂੰ ਪ੍ਰੋਬਲਮ ਕ੍ਰੀਏਟ ਕੀਤਾ, ਜਾਂ ਸਾਡੇ ਕੋਲੋਂ ਬੜੀ ਵੱਡੀ ਮਾਰਕੀਟ ਕੈਪਚਰ ਕਰਕੇ ਪੈਸਾ ਚਾਈਨਾ 'ਚ ਲੈ ਗਿਆ। ਇਸ ਮੁੱਦੇ ਨੂੰ ਮੈਂ ਜੇ ਦੂਜਾ ਪੱਖ ਸਿੱਕੇ ਦਾ ਪਹਿਲੂ ਦੇਖਾਂ, ਉਹ ਇਹ ਆ ਜਾਂਦਾ ਕਿ ਲੋੜ ਕੀ ਪਈ ਚਾਈਨਾ ਨੂੰ ਆ ਕੇ ਇੰਡੀਆ 'ਚ ਮਾਰਕੀਟ ਕੈਪਚਰ ਕਰਨ ਦੀ, ਜਾਂ ਇੰਡੀਅਨ ਬੰਦਿਆਂ ਨੇ ਚਾਈਨਾ ਨੂੰ ਇਹ ਅਲਾਓ ਕਿਉਂ ਕੀਤਾ। ਅਲਾਓ ਇਸ ਕਰਕੇ ਕੀਤਾ ਕਿ ਸਾਡੀ ਆਪਣੀ ਤਸੱਲੀ ਦੀ ਲੈਵਲ ਨੂੰ ਅਸੀਂ ਬਹੁਤ ਜ਼ਿਆਦਾ ਵਧਾ ਲਿਆ, ਮਨ ਦੀ ਇੱਛਾਵਾਂ ਨੂੰ ਕੰਟਰੋਲ ਤੋਂ ਬਾਹਰ ਲੈ ਕੇ ਚਲੇ ਗਏ ਹਾਂ। ਸੋ ਚਾਈਨਾ ਦਾ ਬਾਈਕਾਟ ਕਰਨਾ ਬਿਲਕੁਲ ਬਣਦਾ, ਚਾਈਨਾ ਨੂੰ ਸਬਕ ਸਿਖਾਉਣਾ ਬਣਦਾ। ਕੁਝ ਸਰਕਾਰ ਦੇ ਕੰਮ, ਕੁਝ ਪਬਲਿਕ ਦੇ ਕੰਮ। ਸਰਕਾਰ ਦਾ ਕੰਮ ਇਹ ਹੈ ਕਿ ਚਾਈਨਾ ਦੀ ਆਈਟਮ ਨੂੰ ਜੋ ਵੀ ਇੰਪੋਰਟ ਹੋ ਰਹੀ ਹੈ, ਮੈਕਸਿਮਮ ਲੈਵਲ ਜੋ ਇੰਟਰਨੈਸ਼ਨਲ ਲੈਵਲ ਦੀ ਟੀਟੀ ਨੂੰ ਮੁੱਖ ਰੱਖ ਕੇ ਬੈਨ ਕੀਤਾ ਜਾ ਸਕਦਾ। ਉਧਰ ਗੁਰਦਾਸਪੁਰ ਵਿੱਚ ਸਿਹਤ ਕੇਂਦਰਾਂ ਵਿੱਚ ਕੰਮ ਕਰ ਰਹੇ ਫਾਰਮੇਸੀ ਅਫਸਰਾਂ ਨੇ ਸਰਕਾਰੀ ਨੀਤੀਆਂ ਤੋਂ ਪਰੇਸ਼ਾਨ ਹੋ ਕੇ ਸੂਬਾ ਸਰਕਾਰ ਦਾ ਪੁਤਲਾ ਸਾੜਿਆ। ਸਾਡੀ ਮੰਗ ਇਹ ਹੈ ਜੀ ਕਿ ਅਸੀਂ ਪਿਛਲੇ 14 ਸਾਲ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਅਧੀਨ ਫਾਰਮਾਸਿਸਟ ਤੇ ਦਰਜਾ ਕਰਮਚਾਰੀ ਸਾਡੇ ਨਾਲ ਨੇ, ਅਸੀਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਾਂ। ਪਰ ਸਰਕਾਰ ਦੀ ਸਿਤਮਜਰੀਫੀ ਇਹ ਹੈ ਕਿ ਆਪ ਤੇ ਇਹਨਾਂ ਨੇ ਇੱਕ ਐਮਐਲਏ ਦੀ ਇੱਕ ਮੰਤਰੀ ਦੀਆਂ 7 ਪੈਨਸ਼ਨਾਂ ਨੇ, ਪਰ ਸਾਡਾ ਇਹ ਬੁਰਾ ਹਾਲ ਹੈ ਕਿ ਸਾਨੂੰ ਪਿਛਲੇ 14 ਸਾਲਾਂ ਤੋਂ ਇੰਨਾ ਕੁ ਸ਼ੋਸ਼ਣ ਕੀਤਾ ਜਾ ਰਿਹਾ ਵਾ ਕਿ ਸਾਨੂੰ ਸਿਰਫ ਫਾਰਮੇਸੀ ਅਫਸਰਾਂ ਨੂੰ 10,000 ਰੁਪਈਆ ਪਰ ਮਹੀਨਾ ਤੇ ਦਰਜਾ 4 ਕਰਮਚਾਰੀਆਂ ਨੂੰ ਸਿਰਫ 4500 ਰੁਪਈਆ ਮਹੀਨਾ ਦਿੱਤਾ ਜਾ ਰਿਹਾ, ਜਦ ਕਿ ਅਸੀਂ ਪਿਛਲੇ 3 ਮਹੀਨੇ ਤੋਂ ਕਰੋਨਾ ਦੀਆਂ ਡਿਊਟੀਆਂ ਕਰ ਰਹੇ ਹਾਂ, ਫਰੰਟ ਲਾਈਨ ਤੇ ਕਰ ਰਹੇ ਹਾਂ, ਆਈਸੋਲੇਸ਼ਨ ਸੈਂਟਰਾਂ ਵਿੱਚ ਡਿਊਟੀਆਂ ਕਰ ਰਹੇ ਹਾਂ, ਫਲੂ ਕਾਰਨਰ ਡੈਸਕਾਂ ਤੇ ਡਿਊਟੀਆਂ ਕਰ ਰਹੇ ਹਾਂ, ਜੇਲ੍ਹ 'ਚ ਡਿਊਟੀਆਂ ਕਰ ਰਹੇ ਹਾਂ, 에ਅਰਪੋਰਟ ਅੰਮ੍ਰਿਤਸਰ ਡਿਊਟੀਆਂ ਕਰ ਰਹੇ ਹਾਂ, ਪਰ ਸਾਨੂੰ ਸਿਰਫ 10,000 ਰੁਪਈਆ ਮਹੀਨਾ, ਜਦ ਕਿ ਦਰਜਾ 4 ਕਰਮਚਾਰੀ ਨੂੰ 4500 ਰੁਪਈਆ ਮਹੀਨਾ। ਜਦ ਕਿ ਸਰਕਾਰ ਨੇ ਸਾਡੇ ਨਾਲ ਇਹ ਵਾਅਦਾ ਕੀਤਾ ਸੀ ਕਿ ਤੁਸੀਂ ਕਰੋਨਾ ਡਿਊਟੀਆਂ ਕਰੋ ਤਗੜੇ ਹੋ ਕੇ, ਅਸੀਂ ਤੁਹਾਡਾ ਰੈਗੂਲਰ ਦਾ ਜਿਹੜਾ ਇਸ ਕੈਬਨਿਟ ਵਿੱਚ ਲਿਆ ਰਹੇ ਹਾਂ ਔਰ ਤੁਹਾਨੂੰ ਰੈਗੂਲਰ ਕਰ ਰਹੇ ਹਾਂ। ਅਸੀਂ ਵੱਧ ਚੜ੍ਹ ਕੇ ਡਿਊਟੀਆਂ ਕੀਤੀਆਂ, ਪਰ ਬੜੀ ਸਿਤਮਜਰੀਫੀ ਆ ਕਿ ਜਦ ਅਸੀਂ ਹੁਣ ਆਪਣੇ ਪੰਚਾਇਤ ਮੰਤਰੀ ਸਾਹਿਬ ਨੂੰ ਮਿਲੇ ਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਇਸ ਕੈਬਨਿਟ 'ਚ ਤੁਹਾਡਾ ਕੁਝ ਨਹੀਂ ਕਰ ਰਹੇ, ਜਦੋਂ ਬਾਕੀ ਮੁਲਾਜ਼ਮ ਪੱਕੇ ਕਰਾਂਗੇ ਪੰਜਾਬ ਦੇ ਉਦੋਂ ਹੀ ਤੁਹਾਡਾ ਜਿਹੜਾ ਆਰਡੀਨੈਂਸ ਜਾਰੀ ਕਰਾਂਗੇ, ਜੋ ਕਿ ਸਾਡੇ ਨਾਲ ਸਰਾਸਰ ਧੱਕਾ ਏ। 10,000 ਰੁਪਏ ਦਾ ਸਾਡਾ ਤੇਲ ਲੱਗ ਜਾਂਦਾ ਡਿਊਟੀ ਤੇ ਆਉਣ ਜਾਣ ਲਈ, ਅਸੀਂ ਆਪਣੇ ਪਰਿਵਾਰ ਕਿੱਥੋਂ ਪਾਲੀਏ, ਅਸੀਂ ਆਪਣੇ ਘਰ ਕਿੱਦਾਂ ਚਲਾਈਏ। ਅੱਜ ਅਸੀਂ ਪੰਚਾਇਤ ਮੰਤਰੀ ਤੇ ਕੈਪਟਨ ਦਾ ਸਾਂਝਾ ਪੁਤਲਾ ਬਣਾ ਕੇ ਇੱਕੋ ਜਗ੍ਹਾ ਤੇ ਪਾ ਕੇ ਦੋਵਾਂ ਨੂੰ ਸਾੜਿਆ ਵਾ। ਸਾਡਾ ਅਗਲਾ ਸੰਘਰਸ਼ 25 ਤਰੀਕ ਨੂੰ ਅਸੀਂ ਮਿਥਿਆ ਵਾ ਜੀ ਕਿ ਪੂਰੇ ਪੰਜਾਬ ਦੇ ਫਾਰਮਾਸਿਸਟ, ਜਿਨ੍ਹਾਂ ਨੂੰ ਇਹਨਾਂ ਨੇ ਹੁਣ ਫਾਰਮੇਸੀ ਅਫਸਰਾਂ ਦਾ ਨਾਮ ਦੇ ਦਿੱਤਾ ਹੈ, ਤੇ ਦਰਜਾ 4 ਕਰਮਚਾਰੀ 25 ਤਰੀਕ ਨੂੰ ਪੰਚਾਇਤ ਮੰਤਰੀ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਕੋਠੀ ਕਾਦੀਆਂ ਵਿਖੇ ਆਣ ਕੇ ਕੋਠੀ ਦਾ ਘਿਰਾਓ ਕਰਾਂਗੇ ਤੇ ਲਗਾਤਾਰ ਉੱਥੇ ਧਰਨਾ ਜਾਰੀ ਰੱਖਾਂਗੇ। ਉਧਰ ਮਨਰੇਗਾ ਮੁਲਾਜ਼ਮਾਂ ਨੇ ਵੀ ਕਲਮ ਛੱਡ ਹੜਤਾਲ ਕੀਤੀ ਹੈ। ਮਨਰੇਗਾ ਦੇ ਮੁਲਾਜ਼ਮ ਕਹਿੰਦੇ ਨੇ ਕਿ ਉਹਨਾਂ ਦੀਆਂ ਰੈਗੂਲਰ ਕਰਨ ਸਣੇ ਕਈ ਮੰਗਾਂ ਨੇ। ਸਰਕਾਰ ਵੱਲੋਂ ਪੰਚਾਇਤ ਮੰਤਰੀ ਵੱਲੋਂ ਵਾਰ-ਵਾਰ ਲਾਰੇ ਲਾਏ ਗਏ ਸੀ ਵੀ ਕੀ ਨਾ ਜਿਹੜਾ ਤੁਹਾਨੂੰ ਜਿਹੜਾ ਪਰਮਾਨੈਂਟ ਕਰ ਦਿੱਤਾ ਜਾਏਗਾ। 12 ਸਾਲ ਤੋਂ ਅਸੀਂ ਜਿਹੜਾ ਵਾ ਉਹ 12 ਸਾਲ ਤੋਂ ਵੱਧ ਸਮਾਂ ਹੋ ਗਿਆ ਸਾਨੂੰ ਕੰਮ ਕਰਦਿਆਂ। ਮੰਤਰੀ ਵੱਲੋਂ ਕਿਹਾ ਗਿਆ ਹੈ ਕਿ ਅਸੀਂ 3 ਮਹੀਨੇ ਦੇ ਵਿੱਚ ਪੱਕੇ ਕਰ ਦਾਂਗੇ, ਪਰੰਤੂ 1 ਸਾਲ ਬੀਤਣ ਦੇ ਬਾਵਜੂਦ ਵੀ ਮੰਤਰੀ ਫੇਰ ਲਾਰੇ ਲਾਉਣ ਡਿਆ ਵਾ। ਉਹ ਮੰਤਰੀ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਉਹਨੂੰ ਕੱਲ੍ਹ ਮਿਲ ਕੇ ਆਏ ਸੀ ਆਪਾਂ, ਤੇ ਉਹਨਾਂ ਨੇ ਇੰਨੀ ਗੱਲ ਕਹੀ ਵੀ ਕੀ ਨਾ 15 ਦਿਨਾਂ ਦੇ ਵਿੱਚ ਜਿਹੜੀ ਪਾਲਿਸੀ ਬਣਾ ਕੇ ਤੁਹਾਡਾ ਜਿਹੜਾ ਵਾ ਮਸਲਾ ਹੱਲ ਕਰ ਦਿੱਤਾ ਜਾਵੇਗਾ। ਹੁਣ ਤੱਕ ਜਿਹੜੇ ਆ 1539 ਕਰਮਚਾਰੀ ਨੇ ਤੇ ਉਹਨਾਂ ਸਾਰਿਆਂ ਦੀ ਸਾਡੀ ਮੰਗ ਹੈ ਕਿ ਸਾਨੂੰ ਜਿਹੜਾ ਰੈਗੂਲਰ ਕੀਤਾ ਜਾਵੇ। ਇਹਨਾਂ ਦੀਆਂ ਜਿਹੜੀਆਂ ਮੰਗਾਂ ਸਾਡੇ ਇਕੱਲੇ ਇੱਥੇ ਗੁਰਦਾਸਪੁਰ ਨੇਗਾ, ਪਠਾਨਕੋਟ ਵੀ ਆ, ਹੋਰ ਬਾਕੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੀ ਆ ਤਕਰੀਬਨ। ਇਹਨਾਂ ਦੇ ਸਾਰੇ ਜਿਹੜੇ
ਹੜਤਾਲ ਤੇ ਬੈਠੇ ਹੋਏ ਆ। ਇਹਨਾਂ ਦੀ ਜਿਹੜੀ ਮੰਗ ਹੈ ਕੁਛ ਜਿਹੜੀ ਜੋ ਸਾਡੇ ਕੋਲ ਮੰਗ ਪੱਤਰ ਦੇਣਗੇ ਉਹ ਅਸੀਂ ਸਰਕਾਰ ਤੇ ਫਾਰਵਰਡ ਕਰ ਦਾਂਗੇ। ਬਾਕੀ ਜਿਹੜੇ ਇਹਦੀਆਂ ਜੋ ਮੰਗਾਂ ਆ ਉਹ ਇਹਦੇ ਆਪਣੇ ਯੂਨੀਅਨ ਲੈਵਲ ਤੇ ਜੋ ਇਹਦਾ ਆਪਣਾ ਕੋਈ ਚੱਲ ਰਿਹਾ ਹੈ ਵੀ ਕੋਈ ਸਾਨੂੰ ਜੇ ਮਹਿਕਮੇ 'ਚ ਮਰਜ ਕਰੋ ਜਾਂ ਆਪਾਂ ਨੂੰ ਪੱਕੇ ਕਰੋ, ਇਹਦੇ ਬਾਅਦ ਤੇ ਸਰਕਾਰ ਹੀ ਆਪਣੀ ਜਿਹੜੀ ਪਾਲਿਸੀ ਆ ਕੋਈ ਬਣਾਵੇ ਜਾਂ ਕਰੇ, ਉਹੀ ਕਰਕੇ ਇਹਨਾਂ ਨੂੰ ਕਰ ਸਕਦੀ ਹੈ। ਕੋਈ ਸਾਡੇ ਲੈਵਲ ਦਾ ਤਾਂ ਕੋਈ ਕੰਮ ਨਹੀਂ। ਅਸੀਂ ਤਾਂ ਜੇ ਮੰਗ ਪੱਤਰ ਦੇਣਗੇ ਸਾਨੂੰ ਅਸੀਂ ਇਹਨਾਂ ਇੱਥੇ ਸਰਕਾਰ ਤਾਈਂ ਪਹੁੰਚਾ ਦਿਆਂਗੇ। ਉਧਰ ਸ਼੍ਰੀ ਦਰਬਾਰ ਸਾਹਿਬ ਨੂੰ ਗੁਰਦਾਸਪੁਰ ਵਿੱਚ ਅਕਾਲੀ ਲੀਡਰਾਂ ਵੱਲੋਂ ਲੰਗਰ ਦੀ ਰਸਦ ਭੇਜੀ ਗਈ ਅਤੇ 1 ਲੱਖ ਦੀ ਨਗਦੀ ਭੇਜੀ ਗਈ। ਆਓ ਸੁਣਦੇ ਹਾਂ ਉੱਥੋਂ ਦੇ ਲੀਡਰਾਂ ਦੀ ਜ਼ੁਬਾਨੀ, ਜਿਨ੍ਹਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਜੀ ਦੇ ਮੈਨੇਜਰ ਕੀ ਕਹਿ ਰਹੇ ਨੇ। ਆਓ ਸੁਣਦੇ ਹਾਂ। ਕਿ ਜੋ ਇਹ ਕਰੋਨਾ ਵਾਇਰਸ ਦੀ ਮਹਾਮਾਰੀ ਬਿਮਾਰੀ ਚੱਲ ਰਹੀ ਹੈ, ਸਾਨੂੰ ਸਮੁੱਚੀ ਸੰਗਤ ਨੂੰ ਭੇਦਭਾਵ ਮਿਟਾ ਕੇ ਇਕਜੁੱਟ ਹੋ ਕੇ ਇਸ ਔਖੀ ਘੜੀ ਵਿੱਚ ਸੰਗਤਾਂ ਦੀ ਸੇਵਾ ਕਰਨੀ ਚਾਹੀਦੀ ਹੈ। ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਮਾਝੇ ਦੇ ਜਰਨੈਲ ਸਰਦਾਰ ਬਿਕਰਮ ਸਿੰਘ ਮਜੀਠੀਆ ਵੱਲੋਂ ਜੋ ਬੇਨਤੀ ਕੀਤੀ ਗਈ ਸੀ ਹਲਕਿਆਂ ਦੇ ਵਿੱਚ ਕਿ ਸਮੁੱਚੀ ਸੰਗਤ ਆਪਣੀ ਕਮਾਈ ਜੋ ਦਸਵੰਧ ਵਿੱਚੋਂ ਸ਼੍ਰੀ ਗੁਰੂ ਰਾਮਦਾਸ ਜੀ ਦੇ ਲੰਗਰਾਂ ਵਾਸਤੇ ਆਪਣਾ ਹਿੱਸਾ ਪਾ ਕੇ ਉੱਥੇ ਸੇਵਾ ਨਿਭਾਉਣ। ਉਸੇ ਲੜੀ ਤਹਿਤ ਜਿੱਥੇ ਪਹਿਲਾਂ ਵੀ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਵੱਡੀ ਤਾਦਾਦ ਵਿੱਚ ਕਣਕ ਦੀ ਸੇਵਾ ਭੇਜੀ ਗਈ, ਅੱਜ ਮੁੜ ਦੁਬਾਰਾ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਧਾਨ ਸਭਾ ਹਲਕਾ ਕਾਦੀਆਂ ਤੇ ਸ਼੍ਰੋਮਣੀ ਕਮੇਟੀ ਹਲਕਾ ਬਟਾਲਾ ਦੀਆਂ ਸੰਗਤਾਂ ਤੋਂ ਕਣਕ ਆਟਾ ਇਕੱਤਰ ਕਰਕੇ ਅਤੇ 1 ਲੱਖ ਰੁਪਏ ਦੀ ਲਗਭਗ ਜੋ ਨਗਦ ਮਾਇਆ ਉਹ ਸ਼੍ਰੀ ਗੁਰੂ ਰਾਮਦਾਸ ਦੇ ਲੰਗਰਾਂ ਵਾਸਤੇ ਸੇਵਾ ਵਾਸਤੇ ਭੇਜੀ ਜਾ ਰਹੀ ਹੈ। ਮੈਂ ਸਮੁੱਚੀ ਸੰਗਤ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ। ਪੰਜਾਬ ਇਸ ਵੇਲੇ ਵਿੱਚ ਫਿਲਹਾਲ ਇੰਨਾ ਹੀ। ਨਵੇਂ ਅਤੇ ਤਾਜ਼ੇ ਅਪਡੇਟ ਦੇ ਨਾਲ ਸ਼ਾਮ ਨੂੰ ਫੇਰ ਮੁਲਾਕਾਤ ਹੋਏਗੀ। ਸੁਰਿੰਦਰ ਡੱਲਾ ਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।